ਸਤਿ ਸ਼੍ਰੀ ਅਕਾਲ ਜੀ, ਮੈਂ ਹਰਲੀਨ ਸਾਨੀ। ਬਹੁਤ ਸਵਾਗਤ ਹੈ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਜਿਹਦਾ ਨਾਮ ਹੈ ਜੀ ਵੀਜ਼ਾ ਲਾਈਵ। ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਗੱਲਾਂ ਬਾਤਾਂ ਅਸੀਂ ਕਰਦੇ ਰਹਿੰਦੇ ਹਾਂ, ਲੇਕਿਨ ਜੇਕਰ ਤੁਸੀਂ ਓਵਰਸੀਜ਼ ਜਾਣਾ ਚਾਹੁੰਦੇ ਹੋ, ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤੇ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚਣਾ ਚਾਹੁੰਦੇ ਹੋ, ਤੁਹਾਡੇ ਲਈ ਹਮੇਸ਼ਾ ਅਸੀਂ ਗਾਈਡ ਲੈ ਕੇ ਆਨੇ ਸ਼ੋਅ ਦੌਰਾਨ ਤੁਹਾਨੂੰ ਗਾਈਡ ਕਰਦੇ ਨੇ। ਤੇ ਅੱਜ ਲੀਡ ਅਪ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਪਲਕਿਨ ਸਹਿਗਲ ਜੀ, ਜੋ ਕਿ ਹੈਡ ਆਫ ਆਫਿਸ ਦੇ ਹੈਗੇ ਨੇ, ਮਤਲਬ ਹੈਡ ਆਫ ਬ੍ਰਾਂਚ ਕਹਿ ਸਕਦੇ ਹੋ। ਆਫਿਸ ਤੇ ਮੈਂ ਬਹੁਤ ਘੱਟ ਬੋਲਦਾ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ। थैंक यू सो मच। ਕੀ ਹਾਲ ਹੈ ਜੀ? एकदम बढ़िया, आप बताइए। मैं बहुत ਵਧੀਆ। ਪਲਕਿਨ ਜੀ ਜਦੋਂ ਵੀ ਆਉਂਦੇ ਆ ਤੇ ਲੋਕਾਂ ਦੇ ਵਿੱਚ ਜੋ ਸਾਡੀ ਆਡੀਅנס ਹੈਗੀ ਹੈ ਬਹੁਤ ਧਿਆਨ ਨਾਲ ਜਿਹੜਾ ਸ਼ੋਅ ਦੇਖਦੀ ਹੈ, ਬਿਕੋਜ਼ ਤੁਸੀਂ ਕੋਈ ਨਾ ਕੋਈ ਇਨਫੋਰਮੇਸ਼ਨ ਇਦਾਂ ਦੀ ਲੈ ਕੇ ਆਉਂਦੇ ਹੋ। ਪਲਕਿਨ ਜੀ ਪਹਿਲਾਂ ਤਾਂ ਕੀ ਕਹਿੰਦੇ, ਇਸ ਸ਼ੋਅ ਦੇ ਵਿੱਚ ਤੁਹਾਡਾ ਹਮੇਸ਼ਾ ਕੋਈ ਨਾ ਕੋਈ ਯੋਗਦਾਨ ਰਹਿੰਦਾ, ਤੁਸੀਂ ਕੁਝ ਨਾ ਕੁਝ ਮੈਸੇਜ ਦੇ ਕੇ ਜਾਂਦੇ ਹੋ। ਲੇਕਿਨ ਮੈਂ ਤੁਹਾਡਾ ਲੀਡ ਅਪ ਇਮੀਗ੍ਰੇਸ਼ਨ ਬਾਰੇ ਥੋੜਾ ਜਾਣਨਾ ਚਾਹਨੀ ਹਾਂ ਕਿ ਲੀਡ ਅਪ ਇਮੀਗ੍ਰੇਸ਼ਨ ਇੰਨਾ ਸਕਸੈਸ ਰੇਟ ਇੰਨਾ ਕਿਵੇਂ ਹਾਈ ਹੋ ਸਕਦਾ ਹੈ ਕਿਸੇ ਇਮੀਗ੍ਰੇਸ਼ਨ ਬ੍ਰਾਂਚ ਦਾ। ਐਂਡ ਇੰਨੇ ਸਾਰੇ ਰਿਵਿਊਜ਼ ਅਸੀਂ ਦੇਖਦੇ ਆ, 5 ਸਟਾਰ ਹੀ ਤੁਹਾਨੂੰ ਮਿਲਦੇ, ਇੱਕ ਅੱਧਾ ਹੋਏਗਾ ਜੋ ਥੱਲੇ ਉੱਪਰ ਥੱਲੇ ਹੋ ਜਾਂਦਾ, ਲੇਕਿਨ ਉਹਦੀ ਵੀ ਪ੍ਰੋਬਲਮ ਤੁਸੀਂ ਸੋਲਵ ਕਰਕੇ ਦਿੰਦੇ ਹੋ। ਸੋ ਮੈਂ ਟੀਮ ਬਾਰੇ ਪੁੱਛਣਾ ਚਾਹਨੀ ਹਾਂ, ਕੰਪਨੀ ਬਾਰੇ ਪੁੱਛਣਾ ਚਾਹਨੀ ਹਾਂ, ਕਿਵੇਂ ਤੁਹਾਨੂੰ ਮਿਲ ਸਕਦਾ ਹੈ ਬੰਦਾ ਅਗਰ ਆਣਾ ਚਾਹੁੰਦਾ ਹੈ, ਮਿਲਣਾ चाहता है? वेल अगर मैं आपको बताऊं तो लीड अप इमिग्रेशन एक ऐसी ब्रांच है जहां पे किसी भी कैंडिडेट को या किसी भी क्लाइंट को कभी भी हम मिसगाइड नहीं करते हैं। अगर उसकी प्रोफाइल एलिजिबल है तो हम उसकी प्रोफाइल उठाएंगे, अदरवाइज उसको क्लियर कट मना कर देंगे कि हाँ दीज आर द चांसेस, और इस तरीके से हम आपकी फाइल पे काम नहीं कर पाएंगे। सो दैट इज द रीजन रिफ्यूजल केसेस रहते हैं जो, या जो रीअप्लाई केसेस रहते हैं, या मैं अगर बोलूं कि प्रोफाइल्स ऑलरेडी बहुत जगह से रिफ्यूज हो चुकी हैं कि इस फाइल के ऊपर वीजा नहीं मिल सकता, तो उन प्रोफाइल्स पे भी हम सोच समझ के एडवाइस करते हैं और अकॉर्डिंगली आपको वीजा दिलवाते हैं। राइट, कोई गल नहीं, ਤੁਹਾਨੂੰ लगातार फोन आते रहते, मैं चाहूंगी ਤੁਸੀਂ ਸਾਇਲੈਂਟ ਹੀ ਕਰ ਲਓ ਇਹਨਾਂ ਨੂੰ, ਬਿਕੋਜ਼ ਪਲਕਿਨ ਜੀ ਸਾਹਮਣੇ बैठे हो तो फोन ना आए तो हो ही नहीं सकता है। सो यस, बिजी वूमेन विद अस, सो हम ਅਸੀਂ ਹਰ ਚੀਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਲੈਣੇ ਯੂਕੇ ਦੀ। ਸੋ ਯੂਕੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਅਪਡੇਟ ਆਈ ਸੀ ਜਨਵਰੀ 2024 ਤੋਂ ਕਿ ਸਪਾਊਸ ਵੀਜ਼ਾ ਹੈ, ਜਿਹੜਾ ਡਿਪੈਂਡੈਂਟ ਵੀਜ਼ਾ ਹੈ, ਉਹ ਯੂਕੇ ਉੱਤੇ ਰੋਕ ਲਗਾ ਰਿਹਾ ਹੈਗਾ ਤੇ ਹਜੇ ਵੀ, ਲੇਕਿਨ ਅਕਤੂਬਰ ਚੱਲ ਰਿਹਾ ਹੈ। ਸੋ ਮੈਂ ਪੁੱਛਣਾ ਚਾਹਨੀ ਹਾਂ, ਜੇ ਜਨਵਰੀ ਨੂੰ ਹੈ 2-3 ਮਹੀਨੇ, ਸੋ ਇਜ਼ ਇਟ ਪੋਸੀਬਲ ਕਿ ਹਜੇ ਵੀ ਸਪਾਊਸ ਅਗਰ ਆਪਣਾ ਨਾਲ ਲੈ ਕੇ ਜਾ ਸਕਦਾ ਹੈ? ਕੋਈ ਇਨਟੇਕ ਅਵੇਲੇਬਲ, ਕਿਸ ਤਰ੍ਹਾਂ ਤੁਸੀਂ ਪਹੁੰਚਾ ਸਕਦੇ ਹੋ? ओके, सो वेल जैसे कि आप लोगों ने सुना कि यूके अपनी टर्म्स एंड कंडीशंस को चेंज कर रहा है। तो यूके क्या कर रहा है, यूके 2024 से स्पाउस को एक्सेप्ट करना ही बंद कर रहा है। तो हमारे पास जो लास्ट ऑप्शन बचा है वो है नवंबर और दिसंबर इनटेक, जिसके थ्रू हम आपकी फाइल लेके जाएंगे, लेकिन सीट्स बहुत ही लिमिटेड बची हैं। सो दैट्स वाई अगर आपको कोई भी डाउट है यूके की प्रोफाइल लेके स्टडी और स्पाउस वीजा पे जाना चाहते हो तो डेफिनेटली हमें विजिट करो, ताकि हम आपको गाइड कर सकें और जो लिमिटेड सीट्स हैं उसमें से एक सीट आपको दे सकें। ਤੇ ਲਾਸਟ ਪੁੱਛਣਾ ਚਾਹਨੀ ਹਾਂ, ਓਪਰਚ्युनिटी ਹੈ ਜਿਹੜੀ ਹੈਗੀ ਹੈ ਕਿ ਲਾਸਟ ਐਪਲੀਕੇਸ਼ਨ ਤੁਸੀਂ ਕਦੋਂ ਤੱਕ ਅਸੈਪਟ ਕਰ ਰਹੇ ਹੋ, ਕਿੰਨੀ ਤਰੀਕ ਐਗਜ਼ੈਕਟ अगर मैं पूछूं? वेल अगर मैं बात करूं लास्ट एप्लीकेशन की तो 20th अक्टूबर इज द लास्ट डेट जिसमें हम स्पाउस केसेस इन यूके एक्सेप्ट कर रहे हैं। इसके बाद हम केसेस एक्सेप्ट नहीं करेंगे। ਓਕੇ, ਠੀਕ ਹੈ। ਸੋ ਮੈਨੂੰ ਲੱਗਦਾ ਬਹੁਤ ਹੀ ਘੱਟ ਟਾਈਮ ਹੈਗਾ, ਲੇਕਿਨ ਜਿਨ੍ਹਾਂ ਨੇ ਸੋਚਿਆ ਹੁੰਦਾ ਉਹਨਾਂ ਕੋਲ ਸਾਰਾ ਕੁਝ ਅਵੇਲੇਬਲ ਹੀ ਹੁੰਦਾ। ਤਾਂ ਵੀ ਮੈਂ ਪੁੱਛਣਾ ਚਾਹੂੰਗੀ ਕਿ ਤੁਸੀਂ ਇੰਨਾ ਸ਼ਾਰਟ ਪੀਰੀਅਡ ਦਿੱਤਾ ਹੈ ਲਿਮਿਟਿਡ ਸੀਟਸ ਦੇ ਨਾਲ, ਤੇ ਕੀ ਡਾਕੂਮੈਂਟਸ ਅਗਰ ਸਿੱਧਾ ਤੁਹਾਡੇ ਕੋਲ, ਬਹੁਤ ਦੂਰੋਂ ਆਈ ਨੋ ਕਿ ਆਉਂਦੇ ਨੇ, ਆਊਟ ਆਫ ਪੰਜਾਬ ਵੀ ਲੋਕ ਪਹੁੰਚਦੇ ਨੇ ਤੁਹਾਡੇ ਤੋਂ, ਸਿੱਧਾ ਆਏ ਤੁਹਾਡੇ ਕੋਲ, ਕੀ ਡਾਕੂਮੈਂਟਸ ਲੈ ਕੇ ਆਏ ਤਾਂ ਜੋ ਤੁਸੀਂ फाइल ਜਿਹੜੀ है लॉन्च कर दो? वेल सबसे पहले तो आपकी फाइल असेसमेंट होती है, जिसके लिए मुझे आपकी 10th 12th या अगर आप ग्रेजुएटेड हैं तो उसकी डीएमसी रिक्वायर्ड है। इसके अलावा मुझे आपका पासपोर्ट चाहिए, आपका एक आईडी प्रूफ चाहिए, प्लस अगर आपने आईएलटीएस पीटी या फिर कोई भी इंग्लिश प्रोफिशिएंसी टेस्ट दे रखा है तो उसका रिजल्ट टेस्ट रिजल्ट फॉर्म में चाहिए मुझे आपसे। ओके, परफेक्ट। सो जी थल्ले ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਲੀਡ ਅਪ ਇਮੀਗ੍ਰੇਸ਼ਨ ਤੁਸੀਂ ਨਾਮ ਸੁਣਿਆ ਹੋਣਾ, ਅਕਸਰ ਤੁਸੀਂ ਦੇਖਦੇ ਰਹਿੰਦੇ ਹੋ, ਲੇਕਿਨ ਸਾਡੇ ਸ਼ੋਅ ਦੇ ਦੌਰਾਨ ਤੁਹਾਨੂੰ ਐਗਜ਼ੈਕਟ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਤੁਹਾਡੇ ਡਾਊਟਸ ਕਲੀਅਰ ਕੀਤੇ ਜਾਂਦੇ ਹੈ। ਜੇਕਰ ਕੋਈ ਵੀ ਚੀਜ਼ ਦੀ ਤੁਹਾਨੂੰ ਗਾਈਡੈਂਸ ਚਾਹੀਦੀ ਹੁੰਦੀ ਹੈ, ਦ ਬੈਸਟ ਇਮੀਗ੍ਰੇਸ਼ਨ ਮੈਂ ਕਹਿ ਸਕਦੀ ਹਾਂ ਚੰਡੀਗੜ੍ਹ ਦੇ ਵਿੱਚ ਲੀਡ ਅਪ ਇਮੀਗ੍ਰੇਸ਼ਨ ਹੈਗਾ, ਵਨ ਆਫ ਦ ਬੈਸਟ ਚੀਜ਼ ਹੈਗੀ ਹੈ ਜੋ ਤੁਹਾਨੂੰ ਹਰ ਚੀਜ਼ ਦੀ ਜਿਹੜੀ ਇਨਫੋਰਮੇਸ਼ਨ ਸਹੀ ਦੇਗਾ। ਤੇ ਲੇਕਿਨ ਇੱਕ ਹੋਰ ਆਪਸ਼ਨ ਇਹਨਾਂ ਕੋ ਅਵੇਲੇਬਲ ਰਹਿੰਦੀ ਹੈ ਜਿਹੜੀ ਹੈਗੀ ਹੈ ਪੇਮੈਂਟ ਆਫਟਰ ਵੀਜ਼ਾ ਵਾਲੀ। ਲੇਕਿਨ ਉੱਥੇ ਮੈਨੂੰ ਇਹ ਪੁੱਛਣਾ, ਹਜੇ ਸਭ ਤੋਂ ਪਹਿਲਾ ਸਵਾਲ ਇਹ ਪੁੱਛਣਾ ਜ਼ਰੂਰੀ ਹੈਗਾ ਕਿ ਪੇਮੈਂਟ ਆਫਟਰ ਵੀਜ਼ਾ ਤੋਂ ਪਹਿਲੇ ਲੋਕ ਨਾ ਬਹੁਤ ਡਰਦੇ ਸੀਗੇ ਕਿ ਪਤਾ ਨਹੀਂ ਜੋ ਇੱਕ ਫਰਾਡ ਵਰਡ ਯੂਜ਼ ਕਰ ਲੈਂਦੇ ਆ, ਹੈ ਨਾ, ਰੈਡ ਲਾਈਨ, ਕਿ ਇਹ ਹੋ ਹੀ ਨਹੀਂ ਸਕਦਾ, ਹਾਊ ਇਟ ਇਜ਼ ਪੋਸੀਬਲ, ਹੈ ਨਾ। ਲੇਕਿਨ ਅੱਜ ਮੈਨੂੰ ਪਤਾ ਹਰ ਕੋਈ ਕਰ ਸਕਦਾ ਇਹ ਹੈਗਾ। ਇਹ ਨੌਲੇਜ ਕਿਵੇਂ ਪਤਾ ਲੱਗਾ ਕਿ ਪੇਮੈਂਟ ਆਫਟਰ ਵੀਜ਼ਾ ਤੁਹਾਡੇ ਲਈ ਰਿਸਕ ਨਹੀਂ ਵੱਧ ਜਾਂਦਾ?
वेल जैसे कि आपने सबसे पहला सवाल पूछा था कि आपका सक्सेस रेशो इतना अच्छा क्यों है, तो सक्सेस रेशो का रीजन ही यही है, हम फाइल्स ही वही एक्सेप्ट करते हैं जिसमें हमें वीजा आने के चांसेस Chances नजर आए। Okay. अगर फाइल ही मैं नॉन एलिजिबल एक्सेप्ट करूंगी, उस पर मैं अपना पैसा भी लगा रही हूँ, इन्वेस्टमेंट भी कर रही हूँ और हर एक चीज हो रही है, तो ऑब्वियस सी बात है वहां आफ्टर वीजा तो पॉसिबल ही नहीं है। सो दैट इज द रीजन हम पैकेजेस कर रहे हैं, आफ्टर वीजा कर रहे हैं, लेकिन सिर्फ उसी फाइल को यस कर रहे हैं जहां पे हमें लग रहा है कि फाइल में 101% वीजा आएगा ही आएगा। ਓਕੇ ਠੀਕ ਹੈ। ਤੇ ਇੱਕ ਹੋਰ ਚੀਜ਼ ਮੇਰੀ ਦਿਮਾਗ ਵਿੱਚ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ, ਪੇਮੈਂਟ ਆਫਟਰ ਵੀਜ਼ਾ ਅਸੀਂ ਬਹੁਤ ਜ਼ਰੂਰ ਦਿੰਨੇ ਆ, ਲੇਕਿਨ ਕੋਈ ਨਾ ਕੋਈ ਤਾਂ ਅਮਾਉਂਟ ਤੁਸੀਂ ਲੈਂਦੇ ਹੋਣੇ ਐਜ਼ ਅ ਕਲਾਇੰਟ ਤੋਂ ਕਿ ਠੀਕ ਹੈ ਅਗਰ ਨੁਕਸਾਨ ਹੋਇਆ ਤੇ ਇੰਨਾ ਤੇ ਅਮਾਉਂਟ ਸਾਡੇ ਕੋਲ ਹੈਗਾ, ਕੋਈ ਹਿਡਨ ਪੇਮੈਂਟ ਕੋਈ ਇਦਾਂ ਦੀ। ਮੈਂ ਸਿੱਧਾ ਸਵਾਲ ਅੱਜ ਇੱਥੇ ਪੁੱਛੂੰਗੀ ਤਾਂ ਕਿ ਲੋਕ ਸਮਝ ਲੈਣ ਕਿ ਯੈਸ ਇੰਨੀ ਪੇਮੈਂਟ ਤਾਂ ਸਾਨੂੰ ਜਿੱਦਾਂ 10,000 20,000 50,000 ਤਾਂ ਦੇਣੀ ਹੀ ਪੈਣੀ ਹੈ। ਸੋ ਇਦਾਂ ਦੀ ਕੋਈ ਐਮਬੈਸੀ ਫੀਸ, ਟਿਊਸ਼ਨ ਫੀਸ ਇਦਾਂ ਤੇ ਨਹੀਂ ਕੁਝ ਤੁਸੀਂ ਲੈ ਲੈਂਦੇ? वेल आपका जो सवाल है ना, ये बहुत क्लाइंट्स को ना इस चीज को लेकर डाउट रहता है कि हिडन चार्जेस रहते हैं कंपनीज के, हमें बोला कुछ और जाता है, किया कुछ और जाता है। तो मैं आपके सामने अगर आज टीवी पे लाइव होके ये चीज बोल रही हूँ तो इट मैटर्स कि हम आपके साथ पैकेज करेंगे, पेमेंट आफ्टर वीजा पैकेज ही होगा एंड देयर आर नो हिडन चार्जेस। ਓਕੇ ਠੀਕ ਹੈ, ਪਰਫੈਕਟ। ਸੋ ਦੇਖੋ ਜੀ ਟੀਵੀ ਤੇ ਕਹਿਤਾ ਹੁਣ ਮੁੱਕਰ ਵੀ ਨਹੀਂ ਸਕਦੇ। ਸੋ ਜੇਕਰ ਤੁਸੀਂ ਯੂਕੇ ਜਾਣਾ ਚਾਹਦੇ ਹੋ, ਹਜੇ ਵੀ ਤੁਹਾਡੇ ਕੋਲ ਚਾਂਸਸ ਹੈਗੇ ਆ, ਤੇ ਮੈਂ ਹੁਣ ਐਲੀਜੀਬਿਲਿਟੀ ਬਾਰੇ ਵੀ ਪੁੱਛ ਲੈਣੀ। ਫॉर एग्जांपल ਕਿ ਕਿੰਨੇ ਟਾਈਮ ਪੁਰਾਣੀ ਮੈਰਿਜ ਹੋਣੀ ਚਾਹੀਦੀ ਹੈ, ਤੇ ਅਗਰ ਜੋ ਸਪਾਊਸ ਹੈ, ਜਿਵੇਂ ਅਗਰ ਵਾਈਫ ਜਾ ਰਹੀ ਹੈ ਤੇ ਜੋ ਹਸਬੈਂਡ ਹੈ ਉਹਨਾਂ ਨੇ ਪੜ੍ਹਾਈ 'ਚ ਕੀ ਕੀਤਾ ਹੋਵੇ, ਜਾਂ ਉਹਨਾਂ ਨੂੰ ਆਇਲਸ ਦੀ ਲੋੜ ਹੈ ਕਿੰਨੀ, ਫੰਡਸ ਕਿੰਨੇ ਸ਼ੋ करने ਆ, ਇਹ ਸਾਰੀ ਚੀਜ਼ਾਂ ਮੈਨੂੰ ਦੱਸੋ प्लीज। वेल इसमें जो फंड शो रहते हैं ना, अगर आप पैकेज कर रहे हो तो एजेंट के थ्रू भी फंड शो जाते हैं, उसमें कोई दिक्कत नहीं है। 28 दिन पुराने हमें फंड्स दिखाने होते हैं यूके केस के अंदर। और अगर मैं बात करूं, जैसे आपने एलिजिबिलिटी क्राइटेरिया की बात की कि क्या प्रोफाइल होनी चाहिए, अगर आप स्पाउस केस पे जा रहे हैं तो इतना ध्यान रखिए कि जो मेन एप्लीकेंट है वो ग्रेजुएटेड है। ओके। और जो हस्बैंड है डजंट मैटर, अगर वो ग्रेजुएटेड नहीं भी है तो कोई दिक्कत वाली बात नहीं है। और अगर इन केस मेन एप्लीकेंट ग्रेजुएटेड नहीं है तो आप एक बार ऑफिस विजिट करिए, हम आपको कोई और रास्ता दिखाएंगे, किसी और कंट्री में अगर आपका एलिजिबिलिटी क्राइटेरिया बैठ रहा हुआ तो हम आपको उसके लिए गाइड करेंगे। सो आपका जैसे कि अगला सवाल था कि हस्बैंड का बेसिकली क्या रहता है, कई एजेंट्स गाइड करते हैं कि हस्बैंड भी ग्रेजुएटेड हो, आपको 2 साल या 1 साल पुरानी मैरिज चाहिए होती है यूके वीजा लगवाने के लिए, तो इस चीज से बिल्कुल निश्चिंत रहिए आप। Okay. ऐसा कुछ भी हमें रिक्वायर्ड नहीं है, बट फिर भी अगर जिस कॉलेज या यूनिवर्सिटी के हिसाब से जैसी भी रिक्वायरमेंट रहती है हम आपको वो भी क्लियर कर देते हैं ऑन द टेबल, हम आपको हर एक चीज की गाइडेंस देंगे। ਓਕੇ ਪਰਫੈਕਟ। ਹਰ ਚੀਜ਼ ਦਾ ਸਵਾਲ ਆਈ ਥਿੰਕ ਮੈਂ ਪੁੱਛ ਚੁੱਕੀ ਹਾਂ, ਲੇਕਿਨ ਤੁਹਾਡੇ ਦਿਮਾਗ 'ਚ ਅਜੇ ਵੀ ਹੈਗਾ, ਤੁਸੀਂ ਪੁੱਛ ਸਕਦੇ ਹੋ ਯੂਕੇ ਨੂੰ ਲੈ ਕੇ। ਲੇਕਿਨ ਹੁਣ ਮੈਂ ਥੋੜਾ ਕੈਨੇਡਾ ਵੱਲ ਰੁਕ ਕਰਨਾ ਚਾਹੁੰਦੀ ਹਾਂ, ਬਿਕੋਜ਼ ਕੈਨੇਡਾ ਨੂੰ ਲੈ ਕੇ ਬਹੁਤ ਸਾਰੀ ਨਿਊਜ਼ ਅਸੀਂ ਦੇਖਦੇ ਪਏ ਹਾਂ। ਤੁਸੀਂ ਲਿਵਿੰਗ ਇੰਡੀਆ ਨਿਊਜ਼ ਤੇ ਕਈ ਵਾਰ ਦੇਖਿਆ ਹੋਣਾ ਕਿ ਟਰੂਡੋ ਤੇ ਜੋ ਸਾਡੇ ਭਾਰਤ ਦੇਸ਼ ਵਿੱਚ ਜੋ ਚੱਲ ਰਿਹਾ ਹੈਗਾ ਹੈ, ਉਹਨੂੰ ਲੈ ਕੇ ਕੈਨੇਡਾ ਦੇ ਚ ਕੀ ਅਸਰ ਹੈ, ਕੈਨੇਡਾ ਬੱਚੇ ਜਾਣਾ ਚਾਹੁੰਦੇ, ਸਟੂਡੈਂਟ ਜਾਣਾ ਚਾਹੁੰਦੇ, ਕੀ ਅਸਰ ਪੈ ਰਿਹਾ, ਕਿ ਇਦਾਂ ਵੀ ਸੁਣਨ ਰੂਮਰ ਆ ਜਾਂਦਾ ਹੈ ਕਿ ਜੀ ਜਨਵਰੀ ਇਨਟੇਕ ਕੈਨੇਡਾ ਨੇ ਬੋਲਿਆ ਕਿ ਹਜੇ ਹਿੰਦੁਸਤਾਨ ਵਾਲੇ ਬੱਚੇ ਰੁਕ ਜਾਓ, ਤੁਸੀਂ ਜਨਵਰੀ ਇਨਟੇਕ 'ਚ ਨਾ ਆਓ, ਤੁਸੀਂ ਅਗਲੇ ਇਨਟੇਕ 'ਚ ਆਣਾ, ਇੱਥੇ ਬਹੁਤ ਹਾਲਾਤ ਖਰਾਬ ਆ। ਲੇਕਿਨ ਉੱਥੇ ਦੇ ਬੱਚਿਆਂ ਵੱਲੋਂ ਇਦਾਂ ਦੀ ਕੋਈ ਵੀ ਚੀਜ਼ ਸੁਣਨ ਨੂੰ ਨਹੀਂ ਮਿਲ ਰਹੀ ਹੈ। ਸੋ ਇਦਾਂ ਦਾ ਕੋਈ ਵੀਜ਼ਾ ਦੇ ਉੱਤੇ ਇਫੈਕਟ ਪਿਆ? ਇਵਨ ਕਿ ਇੱਕ ਹੋਰ ਨਾਲ ਮੈਂ ਚੀਜ਼ ਜੋੜਨਾ ਚਾਹੁੰਦੀ ਹਾਂ। ਆਈ ਵਾਸ ਟਾਕਿੰਗ ਲਾਸਟ ਡੇ ਵਿਦ ਸਮ ਆਫ ਮਾਈ ਫਰੈਂਡ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਬਾਕੀ ਬੱਚੇ ਜਾ ਰਹੇ ਜਿਨ੍ਹਾਂ ਦੇ ਪਿੱਛੇ ਸਿੰਘ ਐਂਡ ਕਾਲ ਲਿਖਿਆ ਉਹਨਾਂ ਲਈ ਥੋੜਾ ਮੁਸ਼ਕਿਲ ਹੋ ਸਕਦਾ ਵਾ, ਉਹਨਾਂ ਨੂੰ ਚੈਕਿੰਗ ਜ਼ਿਆਦਾ ਹੋ ਰਹੀ ਹੈ। ਸੋ ਮੈਂ ਇਹ ਚੀਜ਼ਾਂ ਪੁੱਛਣਾ ਚਾਹੁੰਦੀ ਸੀ बेसिकली जिन्ना दे डाउट बहुत है। वेल आपका जो डाउट है वो बिल्कुल सही है, क्योंकि लोग इस चीज को लेके थोड़ा सा पैनिक कर रहे हैं। कुछ भी चेंजेस नहीं आए हैं इमिग्रेशन लॉज के अंदर। अगर मैं बोलूं आपको इमिग्रेशन के बारे में, तो हमारे पास आज ही मॉर्निंग में 35 पीपीआर कैनेडा स्टूडेंट रिक्वेस्ट हमें रिसीव हुई हैं, जो कि हमारे पास जो अपने कॉलेजेस हैं, डीएलआई अप्रूव्ड कॉलेजेस हैं, जो एसडीएस नॉन एसडीएस कॉलेज हैं, उनके द्वारा हमें बेसिकली पीपीआर रिक्वेस्ट रिसीव हुई हैं। ओके। तो लोगों को थोड़ा सा इस चीज को लेके एक डाउट कह लूं या डिलेमा कह लूं रह रहा है कि वीजा पता नहीं निकलेगा नहीं निकलेगा। बट अगर आप जैन इनटेक से लेट कर देते हैं अपनी फाइल, तो जो मिड इनटेक है ना मई में, उसमें अगर कुछ टर्म्स एंड कंडीशंस चेंज भी हो जाती हैं तो आपकी फाइल को लेके फिर भी रिस्क हो सकता है। लेकिन अब भी ऐसा कुछ भी नहीं चल रहा, तो आप बिल्कुल निश्चिंत
निश्चिंत होकर अपनी फाइल अप्लाई कीजिए, इन रूमर्स पे बिलीव मत कीजिए। ਰਾਈਟ, ਜਿਵੇਂ ਇਹ ਚੀਜ਼ਾਂ ਨਿਊਜ਼ 'ਚ ਜ਼ਰੂਰ ਆ ਰਹੀ, ਇਹ ਸੱਚ ਵੀ ਹੈਗੀਆਂ, ਲੇਕਿਨ ਇਹਦਾ ਵੀਜ਼ਾ ਦੇ ਉੱਤੇ ਕੋਈ ਇਫੈਕਟ ਨਹੀਂ ਪਿਆ, ਇਹਦਾ Exactly. ਸਟੂਡੈਂਟ ਵੀਜ਼ਾ ਦੇ ਉੱਤੇ, ਕੋਈ ਟੂਰਿਸਟ ਵੀਜ਼ਾ ਦੇ ਉੱਤੇ ਇਫੈਕਟ ਨਹੀਂ ਪੈ ਰਿਹਾ। ਸੋ ਇਹ ਵੀ ਸੁਣਿਆ ਜਾਂਦਾ ਕਿ ਉੱਥੇ ਦੇ ਕਾਲਜਸ ਨੇ ਬੱਚਿਆਂ ਨੂੰ ਲੈਟਰ ਲਿਖੇ, ਈਮੇਲ ਲਿਖੀ ਹੈ ਕਿ ਅਸੀਂ ਤੁਹਾਡੇ ਲਈ ਬੈਠੇ ਹਾਂ। ਸੋ ਐਵਰੀਥਿੰਗ ਇਜ਼ ਕਲੀਅਰ। ਅਗਰ ਕੋਈ ਇਦਾਂ ਦੀ ਚੀਜ਼ ਆਉਂਦੀ ਹੈ ਤੇ ਲੀਡ ਅਪ ਇਮੀਗ੍ਰੇਸ਼ਨ ਤੁਹਾਡੇ ਲਈ ਹਮੇਸ਼ਾ ਮੌਜੂਦ ਹੈ, ਉੱਥੇ ਤੁਸੀਂ ਕਾਲ Definitely. ਕਰਕੇ ਪੁੱਛ ਸਕਦੇ ਹੋ, ਰਾਈਟ? Certainly. ਤੇ ਹੁਣ ਮੈਂ ਥੋੜਾ ਸਕਸੈਸ ਰੇਟ ਬਾਰੇ ਵੀ ਗੱਲਬਾਤ ਕਰਨਾ ਚਾਹੁੰਦੀ ਹਾਂ ਕਿ ਅਗਰ 2022 ਤੇ 21 ਦੇਖਿਆ ਜਾਵੇ ਕੈਨੇਡਾ ਦਾ ਸਕਸੈਸ ਰੇਟ ਕੀ ਹੈਗਾ ਸੀਗਾ, ਤੇ ਹੁਣ ਜਿਹੜਾ 2023 ਦੇ ਵਿੱਚ ਕੈਨੇਡਾ ਦਾ ਸਕਸੈਸ ਰੇਟ ਕਿੰਨਾ ਹਾਈ ਚੱਲ ਰਿਹਾ ਹੈ? ये तो आपने काफी ट्रिकी सवाल पूछ लिया मुझसे। ਕਿਉਂਕਿ ਸੁਣੇ ਪਤਾ ਲੱਗਦਾ ਕਿ ਬਹੁਤ ਜ਼ਿਆਦਾ ਇਸ ਵਾਰ ਤੇ ਜਿੱਦਾਂ ਰਿਜੈਕਸ਼ਨਸ ਹੀ ਨਹੀਂ ਆਈਆਂ ਹੈ ਨਾ, ਰਾਈਟ? ਜਿੱਦਾਂ ਹੁਣ ਚਲੋ 10 ਅਗਸਤ ਤੋਂ ਬਾਅਦ ਹੁਣ ਮੈਂ ਕੇਸਿਸ ਪੁੱਛ ਲੈਣੀ ਆ, ਜੋ 5.5 ਵਾਲੇ ਬੈਂਡ ਸੀਗਾ ਤੇ ਇਹ ਐਸਡੀਐਸ ਕੈਟਾਗਰੀ ਜੋ ਪੀਟੀ ਆ ਗਿਆ ਹੈ, ਉਸ ਤੋਂ ਬਾਅਦ ਕੀ ਰਿਜ਼ਲਟ ਆ ਰਿਹਾ, ਹੁਣ ਕੀ ਵੀਜ਼ਾ ਲੱਗ ਰਿਹਾ ਹੈ, ਵਾਕਈ ਲੱਗ ਰਿਹਾ ਕਿ ਇਦਾਂ ਹੀ ਇੱਕ रूमर ही सीखा कि नहीं चलो लग जाएगा, लेकिन एक्सेप्ट ਅਸੀਂ जेम फाइल ही करांगे? नहीं नहीं, ऐसा कुछ भी नहीं है। जैसे कि आप लोग टर्म्स एंड कंडीशंस के बारे में सुन रहे होंगे कि 10th ऑफ अगस्त से जो एसडीएस फाइल है उसकी टर्म एंड कंडीशन ही बिल्कुल डिफरेंट हो गई है कि 5.5 मॉड्यूल वाला बच्चा भी इस टाइम पे वीजा लेके आ रहा है। तो कनाडा बहुत ज्यादा लीनियंट हो रखा है। कनाडा में अगर आप 1 मॉड्यूल, 2 मॉड्यूल, इवन 3 मॉड्यूल में भी 5.5 स्कोर के साथ हमें फाइल देते हो तो हम आपको उसमें भी वीजा निकाल के देते हैं। हमारे पास लाइव एग्जाम्पल्स हैं, आप ऑफिस विजिट कीजिए, आपको हम लाइव एग्जाम्पल्स शो करेंगे, हम अपने रीसेंट वीजाज दिखाएंगे आपको। तो नीचे जो दिए गए नंबर्स हैं आप उन पे कॉल करके अपॉइंटमेंट ले सकते हो। मुझसे डायरेक्ट मिलना चाहते हो तो आप मुझसे भी मिल सकते हो। क्या बात है। ओके, तो पीटी भी ਤੁਸੀਂ एक्सेप्ट कर रहे हो, राइट? ਉੱਥੇ ਵੀ डेफिनेटली पीटी भी हम एक्सेप्ट कर रहे हैं। क्या बात है। सो दिस इज द न्यूज़। वैसे ਤਾਂ ट्रेंड आ ही ਗਿਆ ਸੀ 10 ਅਗਸਤ ਨੂੰ, ਲੇਕਿਨ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਵਾਕਈ ਸੱਚ ਹੈਗਾ ਕਿ ਇਦਾਂ ਕੁਝ ਹੋ ਰਿਹਾ ਹੈ। ਸੋ ਜਨਵਰੀ ਇਨਟੇਕ ਕੈਨੇਡਾ ਲਈ ਹੈਗਾ ਅਵੇਲੇਬਲ, ਇਸ ਤੋਂ ਪਹਿਲਾਂ ਵੀ ਤੁਸੀਂ ਭੇਜ ਰਹੇ ਹੋ? वेल अगर मैं कुछ DLI अप्रूव्ड कॉलेजेस की बात करूं, जैसे कि फोकस कॉलेज है, फ्यूचर कैनेडियन कॉलेज है, और भी कुछ ऐसे कॉलेजेस जिनका हमारे साथ टाई अप है जो कि DLI अप्रूव्ड यानी कि वर्क परमिट आपको देते हैं, पाथवे प्रोग्राम्स हैं, तो उन कॉलेजेस में भी हम आपको नवंबर इनटेक ऑफर कर रहे हैं जिसमें वीजा सक्सेस रेशो बहुत ही अच्छा है। तो अगर आप जनवरी से पहले भी जाना चाहते हो तो तब भी हमारे पास ऑप्शंस हैं। ਓਕੇ, ਸੋ ਮੈਂ ਇੱਕ ਹੋਰ ਚੀਜ਼ ਇਹਦੇ ਰਿਲੇਟਡ ਇਹੀ ਹੈਗਾ ਕੈਨੇਡਾ ਰਿਲੇਟਡ ਕਿ ਜਿੱਦਾਂ ਬ੍ਰੈਂਪਟਨ ਹੈ, ਟੋਰਾਂਟੋ ਹੈ, ਇਹ ਇੰਨਾ ਹੁਣ ਜਿੱਦਾਂ ਆਪਾਂ ਕਹਿੰਦੇ ਨੇ ਪੰਜਾਬੀ ਉੱਥੇ ਇੰਨਾ ਵੱਸ ਚੁੱਕੇ ਆ ਕਿ ਕੰਮਕਾਰ ਦਾ ਇਸ਼ੂਜ਼ ਜਿਹੜੇ ਉੱਥੇ ਆ ਰਹੇ ਨੇ। ਇਦਾਂ ਨਹੀਂ ਹੈ ਕਿ ਸਾਰਿਆਂ ਨੂੰ ਆ ਰਹੇ, ਥੋੜਾ ਟਾਈਮ ਲੱਗ ਰਿਹਾ, 1-2 ਮਹੀਨੇ ਬਾਅਦ ਸਭ ਨੂੰ ਕੰਮ ਮਿਲ ਰਿਹਾ ਹੈ। ਸੋ ਜੋ ਬਾਕੀ ਪ੍ਰੋਵਿੰਸ ਹੈ ਕਿ ਉੱਥੇ ਵੀ ਜਾਣਾ ਚਾਹੀਦਾ ਹੈ, ਉੱਥੇ ਵੀ ट्राई करना चाहिए, ਤੁਹਾਡੇ ਕੋਲ ਉਹ ऑप्शंस अवेलेबल है? बिल्कुल, क्यों नहीं करना चाहिए, जितना एक्सप्लोर कर सकते हो आप करो। इस एज में तो वैसे भी मैं कहूंगी इस उम्र में कांच भी हजम है बच्चों को, तो बच्चा वहां जाए, बच्चा वहां पे मेहनत करे। स्ट्रगल किस लिए कर रहे हो आप? पैसा कमाने के लिए कर रहे हो, सेटल होने के लिए कर रहे हो, अपनी फैमिली के लिए कर रहे हो, अपने लिए कर रहे हो, तो डेफिनेटली एक्सप्लोर कीजिए। टोरंटो, ब्रैम्पटन, वैनकूवर के अलावा भी और बहुत प्रोविंसेस हैं, एल्बर्टा हो गया, सस्कैचुअन हो गया, और एडमंटन में कितनी सारी वो हैं प्रोविंसेस, सिटीज हैं जो आपको ऑप्शंस दे रही हैं ऐसे ऐसे। विनिपेग हो गया, मॉन्ट्रियल में, क्यूबेक जा सकते हो, बहुत ऑप्शंस हैं। आप एक बार फाइल लगाने वाले तो बनो, हम आपको खुद बताएंगे इस तरीके से यहाँ पे फाइल आपकी एलिजिबल है और आप ऐसे अप्लाई कीजिए। ਓਕੇ, ਤੇ ਆਫਰ ਲੈਟਰ ਕਿੰਨੀ ਦੇਰ ਦੇ ਵਿੱਚ ਟਾਈਮ ਪੀਰੀਅਡ ਲੈਂਦਾ ਹੈ, ਜਾਂ ਵੀਜ਼ਾ ਕਿੰਨੀ ਦੇਰ ਦੇ ਵਿੱਚ ਕੈਨੇਡਾ ਦਾ ਆ ਜਾਂਦਾ ਹੈ? वेल जो ऑफर लेटर का टाइम पीरियड हम ले रहे हैं, बेसिकली मैं और किसी की बात नहीं करूंगी, जो बेसिकली हमारे पास बच्चा आ रहा है हम उसको ऑफर लेटर एज सुन एज पॉसिबल ही प्रोवाइड करा के दे रहे हैं। इवन 24 आवर्स में भी आपको ऑफर लेटर मिल सकता है कनाडा का? जी, क्या बिल्कुल। बात है। कनाडा का। अब इसका रीजन क्या है, जैसे मैंने आपको बताया जैन इनटेक, तो जैन इनटेक की सीट्स वैसे ही लिमिटेड है हमारे पास, तो बच्चों को जल्दी से जल्दी ऑफर दिलवा के उनका LOA रिसीव करवा के उनकी फाइल लॉन्च करना ही हमारा मेन मोटिव है, ताकि वीजा जल्दी से जल्दी रिसीव हो जाए। ओके, क्या बात है। सो मैं इनटेक मैम शायद इसलिए मना कर रहे हैं पलकिन जी, बिकॉज ਮੈਨੂੰ ਲੱਗਦਾ ਬਹੁਤ ਛੋਟਾ ਇਨਟੇਕ ਹੈਗਾ, ਰਾਈਟ? एग्जैक्टली। ਤੇ ਜਗ੍ਹਾ ਬੜੀ ਫਿਰ ਭਰ ਜਾਣੀ ਹੈ, ਫਿਰ ਤੁਹਾਨੂੰ ਅੱਗੇ ਸਪਟੈਂਬਰ ਇਨਟੇਕ ਲਈ ਜਾਣਾ ਪੈਣਾ। ਸਪਟੈਂਬਰ ਇਨਟੇਕ ਦੀ ਕੀ ਬੁਕਿੰਗ ਮੈਨੂੰ ਸੁਣਨ ਚ ਆਇਆ ਕਿ ਉੱਥੇ ਵੀ ਕਾਲजेस शुरू हो गए खुलने, ਉੱਥੇ ਵੀ है ना? हाँ जी, और वो फिल होनी शुरू हो गई हैं सीट्स। तभी तो आप देखिए ना कि अभी जैसे जैन स्टार्ट भी नहीं हुआ, तो जैन से पहले ही क्यों मई और सितंबर फिल हो जाते
जाते हैं, कुछ बच्चे डेफरमेंट्स ले लेते हैं, कुछ बच्चे कॉलेजेस ओपन होते ही अप्लाई कराना स्टार्ट कर देते हैं। तो जो बच्चे शुरू से अवेयर है ना, वो पहले ही ये काम कर रहे हैं, तो इसीलिए आप लेट हो, इससे बेटर तो यही है कि आप भी अवेयर होके अपनी फाइल अप्लाई कराओ, अदरवाइज फाइल में दिक्कत आने के चांसेस हो सकते हैं। ਓਕੇ, ਅਕਸਰ ਅਸੀਂ ਸੁਣਦੇ ਹਾਂ ਕਿ ਜੇਕਰ ਤੁਸੀਂ ਸਪਾਊਸ ਦੇ ਨਾਲ ਉੜਨਾ ਚਾਹੁੰਦੇ ਹੋ ਦੈਨ ਯੂਕੇ ਇਜ਼ ਦ ਬੈਸਟ ਆਪਸ਼ਨ, ਉੱਥੇ ਤੁਸੀਂ ਜਾ ਸਕਦੇ ਹੋ, ਹੈ ਨਾ, ਸੇਮ ਡੇ ਜਾਣਾ ਚਾਹੁੰਦੇ ਹੋ, ਲੇਕਿਨ ਉਹ ਵੀ 2024 ਤੋਂ ਜਿਹੜਾ ਹੈ ਬੰਦ ਕਰਨ ਲੱਗੇ ਆ। ਲੇਕਿਨ ਕਈ ਵਾਰ ਅਸੀਂ ਇਹ ਵੀ ਇਦਾਂ ਦੇ ਸੁਣਨ ਨੂੰ ਆਉਂਦਾ ਆਡੀਅנס ਵੱਲੋਂ ਕਿ ਅਸੀਂ ਕੈਨੇਡਾ ਇਕੱਠੇ ਜਾਣਾ ਚਾਹੁੰਦੇ ਆ, ਸੇਮ ਡੇ ਉੜਨਾ ਚਾਹੁੰਦੇ ਆ। ਇਜ਼ ਇਟ ਪੋਸੀਬਲ? ਸੋ ਉਹ ਮੈਂ ਤੁਹਾਨੂੰ ਪੁੱਛਣਾ ਚਾਹਨੀ ਹੈ, ਇਜ਼ ਇਟ ਪੋਸੀਬਲ ਜੇ ਸੇਮ ਡੇ ਸਪਾਊਸ ਫਲਾਈ ਕਰਨਾ ਚਾਹੁੰਦੇ? वेल क्या लगता है आपको, होता होगा ऐसा? ਤੁਸੀਂ ਦੱਸੋਗੇ। सो मैं अगर आपको बताऊं तो कनाडा में भी ये चीज पॉसिबल है। जी हाँ, कनाडा में भी हम आपको डिपेंडेंट वीजा पे इकट्ठे एक साथ फ्लाई करवा के भेजेंगे, और वो कैसे भेजेंगे, ये एक बार आके आपको 1-on-1 काउंसलिंग तो लेनी ही पड़ेगी। ओके, ठीक है। जी। ਇਹਦੀ एलिजिबिलिटी वगैरह ਤੁਸੀਂ काउंसलिंग दौरान ही दसोगे? सर्टनली, वैसे यही कि मैरिज होनी चाहिए, Okay. कोई ऐसा टाइम स्पैन नहीं है कि मुझे इतनी पुरानी शादी चाहिए, ऐसा कुछ ऐसा कोई भी क्राइटेरिया नहीं है। और इवन जो 12th पास मेन एप्लीकेंट है, जैसे यूके में मैंने आपको ग्रेजुएशन बताया मैंडेटरी है, बट अगर मैं कनाडा की बात करूं तो 12th पास बच्चा भी स्पाउस के साथ इकट्ठा फ्लाई कर सकता है। ਓਕੇ, ਸੋ ਲੇਡੀਜ਼ ਐਂਡ ਜੈਂਟਲਮੈਨ ਜੋ ਵੀ ਸਾਡਾ ਇਸ ਵਕਤ ਸ਼ੋਅ ਦੇਖ ਰਹੇ ਆ, ਸੋ ਜੇਕਰ ਤੁਸੀਂ ਕੈਨੇਡਾ ਵੀ ਇਕੱਠੇ ਉੜਨਾ ਚਾਹੁੰਦੇ ਹੋ ਸੇਮ ਡੇ ਸਪਾਊਸ ਦੇ ਨਾਲ, ਹੈ ਨਾ, ਦੈਨ ਕੈਨੇਡਾ 'ਚ ਵੀ ਆਪਸ਼ਨ ਅਵੇਲੇਬਲ ਹੁੰਦੀ ਹੈ। ਲੇਕਿਨ ਉਹਦੇ ਲਈ ਕਰਨਾ ਕੀ ਹੈ, ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰਨਾ ਹੈ। ਸਾਡਾ ਨੰਬਰ ਨਹੀਂ ਹੈ, ਸਿੱਧਾ ਟੀਮ ਦਾ ਨੰਬਰ ਹੈ, ਜਾਂ ਤੁਸੀਂ ਲੀਡ ਅਪ ਇਮੀਗ੍ਰੇਸ਼ਨ ਜੋ 35 ਸੈਕਟਰ ਦੇ ਵਿੱਚ ਹੈ ਉੱਥੇ ਜਾ ਕੇ ਗੱਲਬਾਤ ਵੀ ਕਰ ਸਕਦੇ ਜੀ। ਹੋ। ਲੇਕਿਨ ਨਾਲ ਹੀ ਨਾਲ ਮੈਂ ਦੁਬਾਰਾ ਪਲਕਿਨ 'ਚ ਪੁੱਛਣਾ ਚਾਹਨੀ ਹਾਂ, ਜੇਕਰ ਤੁਹਾਨੂੰ ਮਿਲਣਾ ਹੋ, ਤੁਹਾਡੇ ਆਫਿਸ ਆਣਾ ਹੋ, ਤੁਹਾਡੀ ਟੀਮ ਹੋਰ ਵੀ ਬੈਠੀ ਹੋਣੀ, ਉਹਨਾਂ ਨਾਲ ਗੱਲਬਾਤ ਕਰਨਾ, ਤੁਸੀਂ ਐਬਸੈਂਟ ਹੋ, ਤੁਸੀਂ नहीं अवेलेबल हो, देन किवें ਤੁਹਾਨੂੰ ਮਿਲਿਆ ਜਾਵੇ? आप नीचे दिए गए नंबर्स पे कॉल कीजिए, कॉल करके आप लोग अपॉइंटमेंट शेड्यूल करवाइए, अपना केस डिस्कस कीजिए, एंड अकॉर्डिंगली मैं आपसे खुद मिलूंगी, आपकी प्रोफाइल डिस्कस की जाएगी बकायदा, और जैसे रहा फिर आपसे मिलके आपको 1-on-1 काउंसलिंग देके आपका वीजा अप्लाई करेंगे। ओके, थैंक यू सो मच जी, थैंक यू सो मच फॉर जॉइनिंग मी, एंड सारी ऑडियंस जो ਤੁਹਾਨੂੰ ਹਮੇਸ਼ਾ ਸੁਣਦੀ ਹੈ, ਥੈਂਕ ਯੂ ਸੋ ਮਚ ਫॉर गाइडेंस, ਇੰਨਾ ਅੱਛਾ ਗਾਈਡ ਕਰਦੇ ਹੋ ਤੁਸੀਂ। थैंक यू सो मच। ਜੇਕਰ ਹਜੇ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਸੋ ਤੁਸੀਂ ਥੱਲੇ ਦਿੱਤੇ ਗਏ ਨੰਬਰ ਤੇ ਫੋਨ ਕਰ ਸਕਦੇ ਹੋ। ਇਨ ਸਮਰੀ ਮੈਂ ਦੱਸਣਾ ਚਾਹੂੰਗੀ, ਯੂਕੇ 'ਚ ਅਗਰ ਸਪਾਊਸ ਦੇ ਨਾਲ ਉੜਨਾ ਚਾਹੁੰਦੇ ਹੋ ਤੇ ਹਜੇ ਵੀ ਮੌਕਾ ਹੈ, ਲੇਕਿਨ ਲਿਮਿਟਿਡ ਸੀਟਸ ਦੇ ਨਾਲ ਹੈ। ਸੋ ਹੁਣੇ ਫੋਨ ਚੱਕੋ ਤੇ ਅਪਲਾਈ ਕਰੋ। ਡਾਕੂਮੈਂਟਸ ਕਿਹੜੇ ਲੈ ਕੇ ਜਾਣੇ ਉਹਦੇ ਲਈ ਸ਼ੋਅ ਪਿੱਛੇ ਕਰਕੇ ਦੇਖ ਸਕਦੇ ਹੋ, ਨਹੀਂ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ। ਟਿਲ ਦੈਨ ਦੇਖਦੇ ਰਹੋ ਵੀਜ਼ਾ ਲਾਈਵ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।